ਆਫਟਰ ਦੀ ਕਲਾਸ ਜਦੋਂ ਤੁਸੀਂ ਬੱਚਿਆਂ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਰਿਸਪੌਂਸ ਵੀ ਮਿਲ ਰਿਹਾ ਸੀ ਬੱਚਿਆਂ ਦਾ, ਲੱਗਦਾ ਹੈ ਕਿ ਇਸ ਸੈਸ਼ਨ ਨਾਲ ਉਹਨਾਂ ਨੂੰ ਕਾफ़ी ज़्यादा जो है फ़ायदा जो इन फ्यूचर मिलेगा? इंग्लिश में एक शब्द होता है वर्थ और हिंदी में एक शब्द होता है व्यर्थ। जब एक साउंड का फर्क होता है उसको मिनिमल पेयर्स कहते हैं। तो ये इंग्लिश और हिंदी के काम करो तो वर्थ करो, व्यर्थ मत करो। ह्यूमन माइंड इतना शक्तिशाली है कि 5 साल से छोटा बच्चा 21 भाषाएं इकट्ठी सीख सकता है। बिल्कुल इतनी शक्ति है। हमने एक इंग्लिश में टर्म होती है एलिफेंट चेन्स, हमने अपने माइंड के ऊपर खुद एलिफेंट चेन्स डाली हुई है कि ये काम मेरे से नहीं हो पाए। क्यों नहीं होगा? ਮਿਊਜ਼ਿਕ ਨਾਲ ਰਿਲੇਟ ਕਰਕੇ ਵੀ ਅਸੀਂ ਇੰਗਲਿਸ਼ ਲੈਂਗੁਏਜ ਜਿਹੜੀ ਸਿੱਖ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਦੱਸਿਆ ਅੱਜ ਇਹ ਪ੍ਰੈਕਟਿਸ ਹੈ, ਇਟਸ ਅ ਪਾਰਟ ਆਫ ਪ੍ਰੈਕਟਿਸ ਤੁਹਾਡੀ, ਕਿ ਤੁਸੀਂ ਲਿਰਿਕਸ ਨਾਲ ਡਾਊਨਲੋਡ ਕਰਕੇ ਨਾਲ ਮਿਊਜ਼ਿਕ ਉਹਦਾ ਇੰਗਲਿਸ਼ ਪਲੇ ਕਰਕੇ ਤੁਸੀਂ ਉਹਦੇ ਨਾਲ ਗਾ ਸਕਦੇ ਹੋ, ਸੁਣ ਸਕਦੇ ਹੋ, ਸਮਝ ਸਕਦੇ ਹੋ। ਜਦੋਂ ਮੈਮ ਨੇ ਦੱਸਿਆ, ਉਰਵਸ਼ੀ ਮੈਮ ਨੇ, ਕਿ ਇਹ 'ਚ ਕੁਛ ਔਖਾ ਨਹੀਂ ਹੈ, ਬਸ ਪ੍ਰੈਕਟਿਸ ਦੀ ਲੋੜ ਹੁੰਦੀ ਹੈ, ਤਾਂ ਹੁਣ ਇੱਦਾਂ ਫੀਲ ਹੋ ਰਿਹਾ ਕਿ ਮੈਂ ਕਰ ਸਕਦੀ ਹਾਂ, ਤਾਂ ਮੈਨੂੰ ਕਰਨਾ ਚਾਹੀਦਾ। ਦ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਕਸ਼ੀ। ਸੋ ਕੈਪਰੀ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਖਾਸ ਤੌਰ ਤੇ ਅੱਜ ਸਪੈਸ਼ਲ ਆਇਲਸ ਮਾਸਟਰ ਕਲਾਸ ਜੋ ਹੈ ਕਰਵਾਈ ਗਈ ਹੈ। ਸੋ ਇਸ ਨੂੰ ਲੈ ਕੇ ਖਾਸ ਜੋ ਗੱਲਬਾਤ ਹੈ ਕਰਦੇ ਆ ਸਾਡੇ ਨਾਲ ਜੋ ਹੈ ਡਾਇਰੈਕਟਰ ਨਿਤਿਨ ਚਾਵਲਾ ਮੌਜੂਦ ਨੇ। ਸਰ, ਸਪੈਸ਼ਲ ਮਾਸਟਰ ਕਲਾਸ ਹੋਈ, ਬੱਚਿਆਂ ਨੇ ਕਾਫੀ ਇੰਜੋਏ ਕੀਤਾ ਤੇ ਕਾਫੀ ਉਹਨਾਂ ਨੂੰ ਜਾਣਕਾਰੀ ਵੀ ਇਸ ਤੋਂ ਮਿਲੀ। ਸੋ ਕੀ ਮਕਸਦ ਰਹਿੰਦਾ ਹੈ ਹਮੇਸ਼ਾ ਇਸ ਤਰ੍ਹਾਂ ਮਾਸਟਰ ਕਲਾਸ ਕਰਾਉਣ? ਦੇਖੋ, ਕੈਪਰੀ ਐਜੂਕੇਸ਼ਨ ਪਿਛਲੇ 22 ਸਾਲਾਂ ਤੋਂ ਇਦਾਂ ਦੀਆਂ ਕਲਾਸਿਸ ਕਰਵਾ ਰਿਹਾ ਹੈ। ਅੱਜ ਦੀ ਜਿਹੜੀ ਮਾਸਟਰ ਕਲਾਸ ਸੀਗੀ IDP ਆਇਲਸ ਐਗਜ਼ਾਮੀਨੇਸ਼ਨ ਦੇ ਨਾਲ ਅਸੀਂ ਕੋਲੈਬੋਰੇਟ ਕਰਕੇ ਕੰਡਕਟ ਕੀਤੀ ਸੀ। ਉਰਵਸ਼ੀ ਭਾਟੀਆ ਮੈਮ ਜਿਹੜੇ ਮਾਸਟਰ ਟ੍ਰੇਨਰ ਨੇ ਆਇਲਸ ਦੇ, ਉਹ ਅੱਜ ਇੱਥੇ ਮੌਜੂਦ ਹੋਏ ਲੁਧਿਆਣੇ। ਬੱਚਿਆਂ ਨੂੰ ਉਹਨਾਂ ਨੇ ਟਿਪਸ ਦਿੱਤੇ ਲਿਸਨਿੰਗ, ਰੀਡਿੰਗ, ਰਾਈਟਿੰਗ ਐਂਡ ਸਪੀਕਿੰਗ, ਚਾਰੋਂ ਮੋਡਿਊਲ ਜਿਹੜੇ ਹੁੰਦੇ ਨੇ ਇੰਗਲਿਸ਼ ਦੇ, ਕਿ ਕਿੱਦਾਂ ਉਹਦੇ ਉੱਪਰ ਪ੍ਰੈਕਟਿਸ ਕਰਨੀ ਹੈ, ਕਿੱਦਾਂ ਤੁਸੀਂ ਲਿਸਨਿੰਗ ਅੰਡਰਸਟੈਂਡ ਕਰਨੀ ਹੈ, ਕਿੱਦਾਂ ਰਾਈਟਿੰਗ ਦੇ ਵਿੱਚ ਸਹੀ ਆਨਸਰ ਲੱਭਣਾ ਹੈ, ਕਿਸ ਤਰ੍ਹਾਂ ਤੁਸੀਂ ਰਾਈਟਿੰਗ ਦੇ ਵਿੱਚ ਰੀਡਿੰਗ ਦੇ ਵਿੱਚ ਸਹੀ ਆਨਸਰ ਲੱਭਣਾ ਹੈ, ਤੇ ਕਿੱਦਾਂ ਸਪੀਕਿੰਗ ਦੇ ਵਿੱਚ ਤੁਸੀਂ ਸਹੀ ਆਨਸਰ ਦੇਣਾ ਹੈ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਅੰਡਰਸਟੈਂਡ ਕਰਨ ਵਾਲੀਆਂ ਨੇ। ਇਸੇ ਕਰਕੇ ਬੱਚਿਆਂ ਵਾਸਤੇ ਕੀਤਾ ਜਾਂਦਾ। ਮਕਸਦ ਇਹ ਹੈ ਕਿ ਬੱਚੇ ਇੰਗਲਿਸ਼ ਲੈਂਗੁਏਜ ਨੂੰ ਚੰਗੀ ਤਰ੍ਹਾਂ ਸਮਝ ਸਕਣ ਕਿ ਇਹ ਜਿਹੜੀ ਰਿਕੁਆਇਰਮੈਂਟ ਹੈ ਨਾ, ਇਹ ਬਹੁਤ ਜ਼ਰੂਰੀ ਹੈ। ਅੱਜ ਦੀ ਡੇਟ 'ਚ ਨਾ ਦੇਖੋ ਸਾਕਸ਼ੀ, ਕੋਈ ਵੀ ਬੱਚਾ ਜਿਹੜਾ ਹੈ, ਜਿਹੜੀ ਨਵੀਂ ਜਨਰੇਸ਼ਨ ਹੈ, ਉਹ ਇੱਕ ਕੰਪਿਊਟਰ ਤੇ ਇੱਕ ਇੰਗਲਿਸ਼ ਤੋਂ ਬਿਨਾਂ ਉਹਦੀ ਕੋਈ ਗਰੋਥ ਨਹੀਂ ਹੈ। ਕਮਿਊਨੀਕੇਸ਼ਨ ਗੁੱਡ ਹੈ, ਇੰਗਲਿਸ਼ ਦੇ ਵਿੱਚ ਬੜਾ ਜ਼ਰੂਰੀ ਹੈ, ਐਂਡ ਨੌਲੇਜ ਆਫ ਕੰਪਿਊਟਰ ਇਜ਼ ਅ ਮਸਟ। ਇੰਗਲਿਸ਼ ਲੈਂਗੁਏਜ ਦੀ ਪ੍ਰਮੋਸ਼ਨ ਵਾਸਤੇ ਬੱਚਿਆਂ ਨੂੰ ਟਿਪਸ ਦੇਣ ਵਾਸਤੇ ਅੱਜ ਦਾ ਸੈਸ਼ਨ ਰੱਖਿਆ ਗਿਆ। ਸਰ, ਜਦੋਂ ਸੈਸ਼ਨ ਜੋ ਹੈ ਬਿਲਕੁਲ ਖਤਮ ਹੋ ਗਿਆ ਸੀ, ਉਸ ਤੋਂ ਬਾਅਦ ਤੁਸੀਂ ਵੀ ਥੋੜਾ ਜਿਹਾ ਜੋ ਬੱਚਿਆਂ ਨੂੰ ਸਮਝਾਇਆ, ਉਸ ਦੇ ਵਿੱਚ ਮਿਊਜ਼ਿਕ ਨੂੰ ਲੈ ਕੇ ਥੋੜੀ ਜਾਣਕਾਰੀ ਦਿੱਤੀ ਸੀ, ਕਿਸ ਤਰ੍ਹਾਂ ਮਿਊਜ਼ਿਕ ਸੁਣਨਾ ਚਾਹੀਦਾ। ਦੇਖੋ, ਇਸ ਤਰ੍ਹਾਂ ਹੈ ਕਿ ਨਾ ਲੋਕਾਂ ਨੂੰ ਜ਼ਿਆਦਾਤਰ ਕਈ ਵਾਰੀ ਅਵੇਅਰਨੈਸ ਘੱਟ ਹੁੰਦੀ ਹੈ। ਅੱਜ ਕੱਲ੍ਹ ਤੋਂ ਵੀ ਆਰ ਥੈਂਕਫੁਲ, ਐਜੂਕੇਸ਼ਨ ਸਿਸਟਮ ਬੜਾ ਗਰੋ ਕਰ ਗਿਆ, ਲੋਕਾਂ ਨੂੰ ਸਾਰੀਆਂ ਚੀਜ਼ਾਂ ਪਤਾ ਲੱਗਣੀਆਂ ਸ਼ੁਰੂ ਕਰ ਗਈਆਂ। ਪਰ ਜਿਨ੍ਹਾਂ ਨੂੰ ਨਹੀਂ ਪਤਾ, ਜਿੱਦਾਂ ਜੇ ਪੰਜਾਬ ਸਕੂਲ ਐਜੂਕੇਸ਼ਨ ਦੇ ਬੋਰਡ ਦੇ ਬੱਚੇ ਆ ਜਾਂ ਜਿਹੜੇ ਬੱਚੇ ਸਕੂਲ ਕਾਲਜ ਛੱਡ ਚੁੱਕੇ ਨੇ, ਉਹਨਾਂ ਦੇ ਜੇ ਪ੍ਰੈਕਟਿਸ ਨਹੀਂ ਹੈਗਾ, ਮਿਊਜ਼ਿਕ ਨਾਲ ਰਿਲੇਟ ਕਰਕੇ ਵੀ ਅਸੀਂ ਇੰਗਲਿਸ਼ ਲੈਂਗੁਏਜ ਜਿਹੜੀ ਸਿੱਖ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਦੱਸਿਆ ਅੱਜ ਇਹ ਪ੍ਰੈਕਟਿਸ ਹੈ, ਇਟਸ ਅ ਪਾਰਟ ਆਫ ਪ੍ਰੈਕਟਿਸ ਤੁਹਾਡੀ, ਕਿ ਤੁਸੀਂ ਲਿਰਿਕਸ ਨਾਲ ਡਾਊਨਲੋਡ ਕਰਕੇ ਨਾਲ ਮਿਊਜ਼ਿਕ ਉਹਦਾ ਇੰਗਲਿਸ਼ ਪਲੇ ਕਰਕੇ ਤੁਸੀਂ ਉਹਦੇ ਨਾਲ ਗਾ ਸਕਦੇ ਹੋ, ਸੁਣ ਸਕਦੇ ਹੋ, ਸਮਝ ਸਕਦੇ ਹੋ। ਇਟ ਹੈਲਪਸ ਯੂ ਟੂ ਅੰਡਰਸਟੈਂਡ ਲੈਂਗੁਏਜ ਇਨ ਅ ਰਿਦਮੈਟਿਕ ਵੇ। ਤੇ ਉਹਦੇ ਨਾਲ ਥੋੜਾ ਇੰਟਰਸਟ ਹੈ ਨਾ, ਕਿਉਂਕਿ ਮਾਈਂਡ ਉਹਦੇ 'ਚ ਜ਼ਿਆਦਾ ਇੰਟਰਸਟਡ ਹੁੰਦਾ ਹੈ ਨਾ। ਅਸੀਂ ਉਹਦੇ 'ਚ ਲਿਸਨ ਕਰਦੇ ਹਾਂ, ਮਿਊਜ਼ਿਕ ਨੂੰ ਇੰਗਲਿਸ਼ ਸੁਣਦੇ ਹਾਂ, ਸਾਹਮਣੇ ਲਿਖੀ ਹੋਈ ਪੜ੍ਹਦੇ ਹਾਂ ਤੇ ਉੱਦਾਂ ਹੀ ਬੋਲਦੇ ਹਾਂ, ਤਾਂ ਸਾਰੇ ਪਾਰਟ ਆਫ ਪ੍ਰੈਕਟਿਸ ਉਹਦੇ 'ਚ ਆ ਜਾਂਦੇ ਨੇ। ਸੋ ਉਰਵਸ਼ੀ ਜੀ, ਜਿਨ੍ਹਾਂ ਵੱਲੋਂ ਅੱਜ ਮਾਸਟਰ ਕਲਾਸ ਜੋ ਹੈ ਕੰਡਕਟ ਕੀਤੀ ਗਈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਮੈਮ, ਬੱਚਿਆਂ ਨਾਲ ਤੁਸੀਂ ਜੋ ਹੈ ਸੈਸ਼ਨ ਇੱਕ ਕੰਡਕਟ ਕੀਤਾ, ਪਹਿਲਾਂ ਤਾਂ ਕਿੱਦਾਂ ਦਾ ਰਿਸਪੌਂਸ ਲੱਗਿਆ ਬੱਚਿਆਂ ਨੇ? ਥੈਂਕ ਯੂ ਫॉर ਆਸਕਿੰਗ ਦਿਸ ਬਿਊਟੀਫੁਲ ਕੁਐਸਚਨ। ਬੱਚਿਆਂ ਨੂੰ ਆਪਣਾ ਫਿਊਚਰ ਦਿਖ ਰਿਹਾ ਸੀ, ਫਿਊਚਰ ਦਾ ਸੀਕ੍ਰੇਟ ਦਿਖ ਰਿਹਾ ਸੀ ਕਿ ਇੱਕ ਮੋਡਿਊਲ ਜਿਹੜਾ ਕਲੀਅਰ ਕਰਨਾ ਤੇ ਕਿੰਜ ਕਰਨਾ, व्हाट, हाउ, वाई, क्यों करना है, कितनी उससे सक्सेस मिलनी है, ग्रामर का क्या रोल है, प्रोनाउंसिएशन का क्या, जिस पे अनफॉर्चुनेटली हमारे बच्चों ने आज तक ध्यान नहीं दिया, लेकिन आज वो उसकी अहमियत को समझ के जो जगी है कहीं पे। ਸੋ ਆਫਟਰ ਦੀ ਕਲਾਸ ਜਦੋਂ ਤੁਸੀਂ ਬੱਚਿਆਂ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਰਿਸਪੌਂਸ ਵੀ ਮਿਲ ਰਿਹਾ ਸੀ ਬੱਚਿਆਂ ਦਾ, ਲੱਗਦਾ ਹੈ ਕਿ ਇਸ ਸੈਸ਼ਨ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਜੋ ਹੈ ਫਾਇਦਾ ਜੋ ਇਨ ਫਿਊਚਰ ਮਿਲੇਗਾ? इंग्लिश में एक शब्द होता है वर्थ और हिंदी में एक शब्द होता है व्यर्थ। जब एक साउंड का फर्क होता है उसको मिनिमल पेयर्स कहते हैं। तो ये इंग्लिश और हिंदी के काम करो तो वर्थ करो, व्यर्थ मत करो। मैं जब आती हूँ धरती माँ को मत्था टेक कर आती हूँ कि आज इन बच्चों के अंदर मुझे लगन लगा के भेज दी। हमारी अनफॉर्चुनेटली एटीट्यूड के साइंस मैथ्स पढ़ ले, इंग्लिश हिंदी में तो 32% मार्क्स लेके पढ़े। तो जब एटीट्यूड ही नेगेटिव है तो आउटपुट पॉजिटिव कैसे आएगा? इंग्लिश जो आई है इंग्लैंड से, वहाँ पे 66% मार्क्स पास मार्क्स हैं। वो अपनी मदर की, अपनी मातृभाषा की कदर करते हैं। जो अपनी माँ की इज्जत नहीं कर सकता वो किसी की भी इज्जत नहीं कर सकता। सो आई बिलीव इन ब्रिंगिंग पैशन। मैं हिंदी कार्यशालाएं करती हूँ जिसमें लोग रो पड़ते हैं
कि ना हमने इंग्लिश की कदर की, ना हम नकली अंग्रेज़ बन सके और ना हम सच्चे हिंदुस्तानी बन सके. सो टुडे लेट अस गिव देम समथिंग मीनिंगफुल. मैं यहाँ पे सिर्फ पीपीटी रीड करने के लिए नहीं आई थी मैम. ओके. आई हैड कम टू रीच आउट टू देयर हार्ट्स. और ये जो 125-150 बच्चा जो बैठा हुआ था, इनके हृदय में पहुंचा तो है सर. वो दिख भी रहा है, लोग बच्चों के फेसेस से जो है, एक्सप्रेशन से दिख रहा है कि काफ़ी उन्होंने जिस सेशन को है नॉलेजेबल रहा उनके लिए. बिल्कुल नॉलेजेबल है. और देखिए मैंने आईएएस के लिए 3 साल पढ़ाई की. माय टीचर टोल्ड मी कि बेटा 3rd क्लास की एनसीईआरटी की बुक लेकर आना सोशल स्टडीज़ की. तो मेरा ईगो जो था सारा उन्होंने मिट्टी कर दिया कि जब फाउंडेशन ही नहीं है तो बिल्डिंग ऊपर कैसे जाएगी. एक मैम मैसेज जो दर्शक सुन रहे हैं जो यहाँ नहीं पहुँचे उनके लिए कि कैसे जो है आइल्स को क्लियर कर सकते हैं, कुछ एक गुरु मंत्र कह सकते हैं. दैट्स अ वेरी ब्यूटीफुल क्वेश्चन मैम. मज़े की बात क्या है कि ह्यूमन माइंड इतना शक्तिशाली है कि 5 साल से छोटा बच्चा 21 भाषाएं इकट्ठी सीख सकता है. बिल्कुल. इतनी शक्ति है. हमने एक इंग्लिश में टर्म होती है एलिफेंट चेन्स. हमने अपने माइंड के ऊपर खुद एलिफेंट चेन्स डाली हुई हैं कि ये काम मेरे से नहीं हो पाए. क्यों नहीं होगा? अगर अगला बंदा कर सकता है तो मैं क्यों. भाषा है भाई. अभ्यास से. ਤੁਸੀਂ आटा गुंदे हो. लेट मी टेक द एनालॉजी ऑफ आटा गूंदना. अपनी मम्मी से पूछना जब पहली बार लाइफ में आटा गूंदा था, पानी ज़्यादा आटा ज़्यादा, लही बने आटा, रोटी बनी फ्रिस्बी. आज वही मम्मी मैं फ़ोन कर रही हूँ, बाद में आप कॉल करती हूँ, दैट रोटी कम्स आउट एज अ मलाई. वो मैजिक हो गया कि इट्स बिकॉज यू हैव सम मनी इन योर पॉकेट एंड यू हैव गॉट अ ब्यूटीफुल ड्रेस. यू लुक. नो, आस्क योर मम्मी उन्होंने कितनी चपातीज बनाई हैं. बिल्कुल. सोचिए, कोई काउंट है उसका. सो इट्स प्रैक्टिस. ऑल इट टेक्स इज प्रैक्टिस. प्रैक्टिस मेक्स अ मैन परफेक्ट. यस. करो, गिरते पड़ते करो. जस्ट डू इट. द नाइकी, द गॉडेस ऑफ द ग्रीक गॉडेस ऑफ स्पोर्ट्स एंड वॉर, उनका गुरु मंत्र मैं आपको 3 मंत्रों में 3 शब्द. जस्ट डू इट. ट्राई नहीं करो, डू इट. आपको सर ने कितना अच्छा गाना दिया, इसके फोल्डिंग टेक्निक हो. सिंग करो, रीड करो न्यूज़पेपर. सर आई वॉज ऑन डेथ बेड ट्वाइस when I was in 2nd class. We had 5 tragedies back to back in my family, and I became like a black skeleton. And my father gave me newspaper for the first time when I was in 3rd class. My pet name is Meenu. और मीनू सिंग करके इंग्लिश न्यूज़ रीडर आती थी, जैसे आप बता रहे थे. देखो वो भी मीनू है, कितना अच्छा बोलती है, तो भी बोल. वो वहाँ से जो जर्नी शुरू हुई. टुडे आई एम ट्रेनिंग CEOs, टुडे आई एम ट्रेनिंग प्रोफेशनल्स, HR managers, teachers. The same journey. There's an old English song. Oh bloody, oh blada, life goes on, tra la 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 life. तो करते रहो, लगे रहो मुन्ना भाई. This language will come to you. All it takes is practice. ਸੋ ਜੋ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਇਸ ਮਾਸਟਰ ਕਲਾਸ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ. ਹੈਲੋ, ਕੀ ਨਾਮ ਹੈ ਤੁਹਾਡਾ? ਮਾਈ ਨੇਮ ਇਜ਼ ਪੁਰਨੀਤ ਕੌਰ. ਕਿਵੇਂ ਦੀ ਲੱਗੀ ਮਾਸਟਰ ਕਲਾਸ? ਸੈਸ਼ਨ ਕਿਵੇਂ ਦਾ ਲੱਗਿਆ? ਮੈਮ ਬਹੁਤ ਵਧੀਆ. ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ. ਸਾਨੂੰ ਮਤਲਬ ਲੱਗਦਾ ਸੀ ਕਿ ਆਪਾਂ ਆਇਲਸ ਕਰਨੀ ਔਖੀ ਆ, ਪਰ ਜਦੋਂ ਮੈਮ ਨੇ ਦੱਸਿਆ, ਉਰਵਸ਼ੀ ਮੈਮ ਨੇ, ਕਿ ਇਹ 'ਚ ਕੁਝ ਔਖਾ ਨਹੀਂ ਹੈ, ਬਸ ਪ੍ਰੈਕਟਿਸ ਦੀ ਲੋੜ ਹੁੰਦੀ ਹੈ, ਤਾਂ ਹੁਣ ਇੱਦਾਂ ਫੀਲ ਹੋ ਰਿਹਾ ਕਿ ਮੈਂ ਕਰ ਸਕਦੀ ਹਾਂ, ਤਾਂ ਮੈਨੂੰ ਕਰਨਾ ਚਾਹੀਦਾ. ਮੋਟੀਵੇਟਡ ਫੀਲ ਹੋ ਰਿਹਾ ਬਹੁਤ. ਜੀ. ਕੀ ਨਾਮ ਹੈ ਤੁਹਾਡਾ? ਰੂਬੀ. ਕੀ ਇੰਸਪਾਇਰਿੰਗ ਲੱਗਿਆ ਸੈਸ਼ਨ ਦੇ ਵਿੱਚ ਤੁਹਾਨੂੰ? ਸਰ ਨੇ ਦੱਸਿਆ ਕਿ ਸਾਨੂੰ ਇੰਗਲਿਸ਼ ਬੋਲਣੀ ਚਾਹੀਦੀ ਹੈ. ਇੰਸਪਾਇਰ ਕੀਤਾ ਕਿ ਇਹ ਔਖਾ ਨਹੀਂ ਹੈ ਅਤੇ ਤੁਸੀਂ ਕਰ ਸਕਦੇ ਹੋ, ਅਤੇ ਜੇ ਤੁਸੀਂ ਕਰੋਗੇ ਤਾਂ ਇਹ ਹੋ ਜਾਣੀ ਹੈ. ਇੰਨੀ ਜ਼ਿਆਦਾ ਟਫ ਨਹੀਂ ਆ. ਜੀ ਬਿਲਕੁਲ. ਕੀ ਨਾਮ ਹੈ ਤੁਹਾਡਾ? ਮੈਮ ਸਿਮਰਨਜੀਤ ਕੌਰ. ਤੁਹਾਡਾ? ਗੁਰਲੀਨ ਕੌਰ. ਅੱਛਾ, ਕੀ ਦੋਨਾਂ ਨੂੰ ਤੁਹਾਨੂੰ ਕੀ ਇੰਸਪਾਇਰਿੰਗ ਤੇ ਮੋਟੀਵੇਟਡ ਲੱਗਿਆ ਸਭ ਤੋਂ ਜ਼ਿਆਦਾ ਸੈਸ਼ਨ ਦੇ ਵਿੱਚ, ਜਿਹਦੇ ਨਾਲ ਲੱਗ ਰਿਹਾ ਕਿ ਆਇਲਸ ਈਜ਼ੀ ਹੋ ਸਕਦੀ ਹੈ? ਟਿਪਸ ਐਂਡ ਟ੍ਰਿਕਸ ਬਹੁਤ ਦਿੱਤੇ ਹੋਏ ਸੀਗੇ ਕਿ ਲਾਊਡਲੀ ਰੀਡਿੰਗ ਦੇ ਸਾਰੇ ਮੋਡਿਊਲਸ ਜਿਹੜੇ 4 ਮੋਡਿਊਲਸ ਦੇ ਮਤਲਬ ਟਿਪਸ ਐਂਡ ਟ੍ਰਿਕਸ ਉਰਵਸ਼ੀ ਮੈਮ ਨੇ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ. ਆਲਸੋ ਕੌਨਫੀਡੈਂਸ ਵੀ ਦਿੱਤਾ ਕਿ ਈਜ਼ੀ ਟਾਸਕ ਹੈ, ਕਰ ਸਕਦੇ ਹੋ, ਜਸਟ ਹਾਰਡ ਵਰਕ ਦੀ ਲੋੜ ਹੈ. ਸੋ ਲੱਗਦਾ ਹੋ ਜੂਗੀ ਕਲੀਅਰ? ਯੈਸ ਮੈਮ. ਇੰਗਲਿਸ਼ ਬੋਲਣਾ ਈਜ਼ੀ ਲੱਗ ਰਿਹਾ ਹੁਣ? ਹਾਂਜੀ ਮੈਮ, ਕੌਨਫੀਡੈਂਟ ਆਇਆ ਅੱਗੇ ਨਾਲ. ਇੰਸਟੀਟਿਊਟ ਦੇ ਵਿੱਚ ਵੀ ਸਾਨੂੰ ਬਹੁਤ ਹੈਲਪ ਮਿਲ ਰਹੀ ਹੈ ਕਿਉਂਕਿ ਅਸੀਂ ਕੈਪਰੀ ਤੋਂ ਹੀ ਕਰ ਰਹੇ ਹਾਂ, ਅਤੇ ਉੱਥੇ ਵੀ ਟੀਚਰਸ ਬਹੁਤ ਜ਼ਿਆਦਾ ਮਤਲਬ ਹੈਲਪ ਕਰਦੇ ਨੇ. ਟ੍ਰਿਕਸ ਐਂਡ ਟ੍ਰਿਕਸ ਉਹ ਵੀ ਦੱਸਦੇ ਨੇ, ਬਸ ਅੱਜ ਥੋੜਾ ਜ਼ਿਆਦਾ ਐਕਸਟਰਾ ਦੱਸਿਆ ਗਿਆ ਸੀਗਾ, ਸੋ ਇੰਪਰੂਵਮੈਂਟ ਤਾਂ ਜ਼ਰੂਰ ਹੋਏਗੀ. ਸੋ ਬੱਚਿਆਂ ਨੂੰ ਵੀ ਕਾਫੀ ਇੰਸਪਾਇਰਿੰਗ ਜੋ ਇਹ ਸੈਸ਼ਨ ਲੱਗਿਆ, ਜਿਸ ਦੇ ਨਾਲ ਆਇਲਸ ਮਾਸਟਰ ਕਲਾਸ ਦਾ ਇਹ ਸੈਸ਼ਨ ਜੋ ਹੈ, ਆਇਲਸ ਮਾਸਟਰ ਕਲਾਸ ਜੋ ਕਰਵਾਈ ਗਈ ਹੈ ਕੈਪਰੀ ਵੱਲੋਂ, ਉਸ ਦੇ ਵਿੱਚ ਕਿਸ ਤਰ੍ਹਾਂ ਜੋ ਹੈ ਇੰਗਲਿਸ਼ ਬੋਲਣੀ ਚਾਹੀਦੀ ਹੈ, ਇੰਗਲਿਸ਼ ਕਿਸ ਤਰ੍ਹਾਂ ਈਜ਼ੀ ਜੋ ਹੈ ਬਣ ਸਕਦੀ ਹੈ, ਉਸਦੇ ਟ੍ਰਿਕਸ ਜੋ ਹੈ ਦੱਸੇ ਗਏ, ਤੇ ਬੱਚੇ ਕਾਫੀ ਮੋਟੀਵੇਟਿਡ ਹੈ ਇਸ ਮਾਸਟਰ ਕਲਾਸ ਨਾਲ ਫੀਲ ਕਰ ਰਹੇ ਨੇ. ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਸਾਕਸ਼ੀ ਸ਼ਰਮਾ, ਦ ਸਮਰ ਨਿਊਜ਼.